कल आप मोलर कंडक्टिविटी पढ़िया ही, ये ਉਹਦੇ ਨਾਲ ਲਿੰਕਡ ਹੀ ਆ ਵੇਰੀਏਸ਼ਨ ਆਫ ਮੋਲਰ ਕੰਡਕਟਿਵਿਟੀ ਵਿਦ ਡਿਲੂਸ਼ਨ। ਤੁਹਾਨੂੰ ਪਹਿਲਾਂ ਇੱਕ ਚੀਜ਼ ਕਲੀਅਰ ਕਰਦਾ, ਬੁੱਕ ਦੇ ਉੱਪਰ ਇੱਥੇ ਕੰਸਨਟ੍ਰੇਸ਼ਨ ਵੀ ਹੋ ਸਕਦਾ, ਇੱਕ ਚੀਜ਼ ਹੁੰਦੀ ਕੰਸਨਟ੍ਰੇਟ ਜੇ ਤੇ ਇੱਕ ਕੀ ਹੁੰਦਾ ਹੈ ਡਿਲਿਊਟ। ਡਿਲਿਊਟ ਆਪਾਂ ਕਿਸ ਤਰ੍ਹਾਂ ਬਣਾਈਦਾ, ਜਦੋਂ ਇਹਦੇ 'ਚ ਵਾਟਰ ਐਡ ਕਰੀਦਾ। ਕੋਈ ਵੀ ਇਲੈਕਟ੍ਰੋਲਾਈਟ ਹੈ, ਭਾਵੇਂ ਐਸਿਡ ਹੈ, ਬੇਸ ਆ, ਸਾਲਟ ਆ, ਜਦੋਂ ਵੀ ਉਹਦੇ 'ਚ ਆਪਾਂ ਐਡੀਸ਼ਨ ਕਰੀਦੀ ਆ ਵਾਟਰ ਦੀ, ਮੀਨਸ ਆਪਾਂ ਉਹਦੀ ਕੀ ਕਰਦੇ ਪਏ ਆ ਡਿਲਿਊਸ਼ਨ। ਆਪਾਂ ਉਹਦੀ ਕੀ ਕਰਦੇ ਪਏ ਆ ਡਿਲਿਊਸ਼ਨ। ਇਹ ਫਰਕ ਪਤਾ ਲੱਗ ਗਿਆ। ਕੰਸਨਟ੍ਰੇਟ ਦਾ ਮਤਲਬ ਹੁੰਦਾ ਸੰਘਣੀ ਚੀਜ਼, ਪੂਰੀ ਪਿਓਰ ਚੀਜ਼। ਜਦੋਂ ਆਪਾਂ ਉਹਦੇ 'ਚ ਵਾਟਰ ਐਡ ਕਰ ਦਿੰਦੇ ਪਤਲੀ ਹੋ ਜਾਂਦੀ ਤੇ ਆਪਾਂ ਡਿਲਿਊਸ਼ਨ ਕਰ ਦਈਦੀ, ਠੀਕ ਹੈ ਨਾ। ਉਸ ਤੋਂ ਬਾਅਦ ਹੋਰ ਆਪਾਂ ਨੂੰ ਕੀ ਯਾਦ ਰਵੇ, ਇਹ ਸਟਾਰਟ ਕਰਨ ਤੋਂ ਪਹਿਲੋਂ ਦੇਖਿਓ, ਜਿੱਦਾਂ ਆ ਹੈਗਾ HCl। HCl ਇਹਨੂੰ ਮੈਂ ਕਹਿ ਦਿੰਦਾ ਕੰਸਨਟ੍ਰੇਟਿਡ। ਜੇ ਮੈਂ ਇਹਦੇ 'ਚ ਵਾਟਰ ਐਡ ਕਰ ਦੂੰਗਾ, ਵਾਟਰ ਐਡ ਕਰ ਦੂੰਗਾ, ਇਹ ਕੀ ਬਣ ਜਾਣਾ ਡਿਲਿਊਟ। ਡਿਲਿਊਟ ਬਣ ਗਿਆ। ਆਪਾਂ ਕੀ ਕੀਤੀ ਇੱਥੇ ਡਿਲਿਊਸ਼ਨ। ਇਹਦਾ ਵੋਲੀਅਮ ਹੈਗਾ ਹੀ 10 ml। ਹੁਣ ਵੋਲੀਅਮ ਵਧਣਾ ਕਿ ਘਟਣਾ, ਕੋਈ ਚੀਜ਼ ਐਡ ਹੁੰਦੀ ਪਈ ਨਾ, ਫਿਰ ਵੋਲੀਅਮ ਜਿਹੜਾ ਅੱਗੇ ਨਾਲੋਂ ਕੁਝ ਵੱਧ ਜਾਊਗਾ। ਵੋਲੀਅਮ ਕੀ ਹੁੰਦਾ ਇਨਕਰੀਜ਼। ਇਹ ਵੀ ਦਿਮਾਗ 'ਚ ਬੈਠਾ ਰਵੇ, ਜਿੱਥੇ ਡਿਲਿਊਸ਼ਨ ਹੁੰਦੀ ਆ ਉੱਥੇ ਵੋਲੀਅਮ ਵੱਧਦਾ, ਵੋਲੀਅਮ ਕੀ ਹੁੰਦਾ ਇਨਕਰੀਜ਼। ਇਹ ਗੱਲ ਕਲੀਅਰ। ਪਹਿਲਾ ਤੇ ਇੰਨਾ ਦਿਮਾਗ 'ਚ ਰੱਖਿਓ, ਦੂਸਰੀ ਇਹ ਗੱਲ। ਦੋ ਗੱਲਾਂ ਫਿਰ ਸੁਣ ਲਓ। ਮੈਂ ਕਿਹਾ ਜਦੋਂ ਡਿਲਿਊਸ਼ਨ ਕਰਨੀ ਵਾਟਰ ਐਡ ਕਰਨਾ, ਡਿਲਿਊਸ਼ਨ ਹੋਈ ਤੇ ਵੋਲੀਅਮ ਵਧਣਾ। ਡਿਲਿਊਸ਼ਨ ਦਾ ਮਤਲਬ ਵਾਟਰ ਦੀ ਐਡੀਸ਼ਨ ਕਰਨਾ, ਡਿਲਿਊਸ਼ਨ ਹੋਈ ਤੇ ਕਿਹੜੀ ਚੀਜ਼ ਵੱਧਦੀ ਆ ਵੋਲੀਅਮ। ਕੰਸਨਟ੍ਰੇਸ਼ਨ ਦਾ ਫਾਰਮੂਲਾ ਕੀ ਹੁੰਦਾ, ਜਿਸ ਤਰ੍ਹਾਂ ਮੋਲੈਰਿਟੀ ਆ ਨੰਬਰ ਆਫ ਮੋਲ ਡਿਵਾਈਡਡ ਬਾਈ ਵੋਲੀਅਮ। ਕੰਸਨਟ੍ਰੇਸ਼ਨ ਤੇ ਵੋਲੀਅਮ ਇੱਕ ਦੂਜੇ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦੇ। ਜਿੱਥੇ ਵੋਲੀਅਮ ਵਧੂਗਾ, ਵੋਲੀਅਮ ਇਨਕਰੀਜ਼ ਹੋਊਗਾ ਤੇ ਕੰਸਨਟ੍ਰੇਸ਼ਨ ਕੀ ਹੋਣੀ ਆ ਡਿਕਰੀਜ਼। ਵੋਲੀਅਮ ਵਧੂਗਾ ਤੇ ਕੰਸਨਟ੍ਰੇਸ਼ਨ ਘਟੂਗੀ, ਠੀਕ ਹੈ। ਹੁਣ ਆ ਜਾਓ, ਪਹਿਲਾਂ ਆ ਚੀਜ਼ ਨੋਟ ਕਰਿਓ, ਨੋਟ ਕਰੋ ਇਹਨੂੰ ਰੱਬ ਕਰਕੇ, ਫਿਰ ਮੇਨ ਹੈਡਿੰਗ ਵੱਲ ਆਪਾਂ ਆਉਣੇ। एग्जाम ਦੇ ਵਿੱਚ ਤੁਸੀਂ ਇੱਦਾਂ ਦਾ ਕੁਝ ਨਹੀਂ ਲਿਖਣਾ, ਇਹ ਸਿਰਫ ਮੈਂ ਸਮਝਾਇਆ ਹੀ ਆ। ਫਿਲਹਾਲ ਲਿਖ ਲਓ, ਬਾਅਦ 'ਚ ਦੱਸਦਾ ਇਸ ਹੈਡਿੰਗ ਦੇ ਅੰਡਰ ਕੀ ਕੀ ਆਉਣਾ।
ਹੁਣ ਦੇਖੋ ਜੇ ਇਦਾਂ ਦਾ ਕੁਝ ਆਉਂਦਾ ਤੇ ਉਹਨੂੰ ਕਿੱਦਾਂ ਅਟੈਂਪਟ ਕਰਨਾ ਤੁਸੀਂ। ਇਹਦੇ ਦੋ ਕੇਸ ਬਣਦੇ ਜੇ। ਕੇਸ ਨੰਬਰ 1, ਜੇਕਰ ਹੈਗਾ ਵਾ ਕੋਈ ਸਟਰੋਂਗ ਇਲੈਕਟ੍ਰੋਲਾਈਟ, ਫॉर ਸਟਰੋਂਗ ਇਲੈਕਟ੍ਰੋਲਾਈਟ, ਸਟਰੋਂਗ ਇਲੈਕਟ੍ਰੋਲਾਈਟ ਕਿਹੜੇ ਹੋ ਸਕਦੇ? ਇੱਕ ਤੇ ਐਗਜ਼ਾਮਪਲ ਯਾਦ ਰੱਖੋ, ਹਾਈਡਰੋਕਲੋਰਿਕ ਐਸਿਡ HCl। ਸਟਰੋਂਗ ਕਿਉਂ ਕਹਿੰਦੇ ਪਏ? ਜਦੋਂ ਇਹ ਟੁੱਟਦਾ ਹੈ ਨਾ, ਇਹ 100% ਟੁੱਟਦਾ, ਜਿੱਦਾਂ ਇੱਧਰ ਕੁਝ ਵੀ ਨਹੀਂ ਬਚਦਾ, 0% ਰਹਿ ਜਾਂਦਾ, H ਪੂਰੇ ਦੇ ਪੂਰੇ ਬਾਹਰ ਨਿਕਲ ਜਾਂਦੇ, Cl ਪੂਰੇ ਦੇ ਪੂਰੇ ਬਾਹਰ ਨਿਕਲ ਜਾਂਦੇ। ਇਹ 100% ਕੀ ਹੋ ਜਾਂਦਾ? ਡਿਸੋਸੀਏਟ। ਇੰਨੀ ਗੱਲ ਕਲੀਅਰ ਹੋਈ। ਸਟਰੋਂਗ ਕਿੰਨਾ ਨੂੰ ਕਹੀਦਾ? ਜਿਹੜਾ ਪੂਰਾ ਟੁੱਟ ਜੇ। ਤੇ ਵੀਕ ਕਿੰਨਾ ਨੂੰ ਕਹੀਦਾ? ਕੇਸ ਨੰਬਰ 2 ਵੀ ਨਾਲ ਨਾਲ ਦੇਖੋ। ਕੇਸ ਨੰਬਰ 2 ਆਉਣਾ ਜੇ ਫॉर ਵੀਕ ਇਲੈਕਟ੍ਰੋਲਾਈਟ। ਜਿਵੇਂ CH3COOH। ਜੇ ਤੁਹਾਨੂੰ ਥੋੜਾ ਕਿ ਰਹੂਗਾ ਨਾ ਵੀ ਇਹਨੂੰ ਸਟਰੋਂਗ ਕਿਉਂ ਕਿਹਾ, ਉਹਨੂੰ ਵੀਕ ਕਿਉਂ ਕਿਹਾ, ਮੈਂ ਵੀ ਨੋਟ ਦੇ ਅੰਦਰ ਦੱਸ ਦੂੰਗਾ। ਫਿਲਹਾਲ ਆਪਾਂ ਇਹਨੂੰ ਅਟੈਂਪਟ ਕਰ ਲਈਏ। ਇਹਨੂੰ ਜਦੋਂ ਤੋੜਾਂਗੇ ਨਾ ਇਸ ਤਰ੍ਹਾਂ ਤੇ H ਪੋਜ਼ਿਟਿਵ, ਪਰ ਇੱਥੇ ਐਰੋ ਜਿਹੜੇ ਆ, ਕਿਉਂਕਿ ਚੀਜ਼ ਇੱਧਰ ਵੀ ਰਹਿ ਜਾਂਦੀ, ਇਹ ਪੂਰਾ ਨਹੀਂ ਟੁੱਟਦਾ। ਇਹ ਕਿੰਨਾ ਕੁ ਟੁੱਟ ਸਕਦਾ? ਮੈਕਸੀਮਮ ਜਿੱਦਾਂ ਇੱਧਰ ਚੀਜ਼ ਬਣ ਜੇ ਕੋਈ, ਇਹ 0.5% ਤੱਕ ਟੁੱਟ ਸਕਦਾ। ਇਹ ਕਿੰਨੇ ਪਰਸੈਂਟ ਤੱਕ ਟੁੱਟ ਗਿਆ? 100% ਤੱਕ। ਵੀ ਇੱਧਰ ਕੁਝ ਰਹਿ ਜੇ 95 ਪੁਆਇੰਟ ਸਮਥਿੰਗ ਤੇ ਉੱਧਰ ਕੁਝ ਨਾ ਕੁਝ ਇੱਦਾਂ ਦਾ ਬਣ ਜੇ, ਜਾਂ ਇੱਧਰ 99.5 ਰਹਿ ਜੇ ਤੇ ਇੱਧਰ 0.5 ਤੇ 0.5 ਬਣ ਜੇ। ਵੀ ਇਹ ਬੜਾ ਘੱਟ H ਰਿਲੀਜ਼ ਕਰਦਾ, ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ? ਵੀਕ। ਇਹਦਾ ਅਲਫਾ ਜਿਹੜਾ ਵਾ ਇਹ ਹੈਗਾ 1, ਇਹਦਾ ਅਲਫਾ ਹੈਗਾ 0.5। ਅਲਫਾ ਦਾ ਮਤਲਬ ਡਿਗਰੀ ਆਫ ਡਿਸੋਸੀਏਸ਼ਨ, ਕਿੰਨਾ ਟੁੱਟ ਸਕਦਾ। ਇਹਦੀ ਡਿਗਰੀ ਆਫ ਡਿਸੋਸੀਏਸ਼ਨ ਕਿੰਨੀ ਹੁੰਦੀ? 100%। 100% ਦਾ ਮਤਲਬ ਹੁੰਦਾ 1, ਤੇ ਇਹਦੀ ਡਿਗਰੀ ਆਫ ਡਿਸੋਸੀਏਸ਼ਨ ਹੁੰਦੀ ਜੇ 0.5। ਇਹ ਤੇ ਹੋ ਗਿਆ ਸਟਰੋਂਗ ਕਿਹੜਾ ਤੇ ਵੀਕ ਕਿਹੜਾ। ਗ੍ਰਾਫ ਪਲਾਟ ਕਰਨਾ ਜੇ ਆਪਾਂ, ਮੇਨ ਨੰਬਰ ਇਹਦੇ ਹੀ ਮਿਲਣੇ। ਕਿਹਦੇ ਵੇਰੀਏਸ਼ਨ ਆਪਾਂ ਕਰਨੀ ਆ? ਮੋਲਰ ਕੰਡਕਟਿਵਿਟੀ, ਲੈਮਡਾ m ਹੀ ਨਾ ਸਿੰਬਲ ਉਹਦਾ, ਕਿਹਦੇ ਨਾਲ? ਡਿਲੂਸ਼ਨ ਦੇ ਨਾਲ। ਇਸ ਐਕਸਿਸ ਤੇ ਆਉਣਾ ਡਿਲੂਸ਼ਨ। ਡਿਲੂਸ਼ਨ ਵੀ ਲਿਖ ਲਈਏ ਜਾਂ ਆਪਾਂ ਲਿਖ ਲਈਏ ਕੰਸਨਟ੍ਰੇਸ਼ਨ। ਕੰਸਨਟ੍ਰੇਸ਼ਨ ਤੇ ਇਹਦੇ ਉੱਪਰ ਰੂਟ ਪਿਆ ਹੁੰਦਾ। ਇੱਧਰ ਆ ਜਾਈਏ, ਆਪਾਂ ਗ੍ਰਾਫ ਪਲਾਟ ਕਰਨਾ ਕਿੰਨਾ ਕਿੰਨਾ ਦੇ ਵਿਚਕਾਰ? ਮੋਲਰ ਕੰਡਕਟਿਵਿਟੀ, ਮੋਲਰ ਕੰਡਕਟਿਵਿਟੀ ਤੇ ਡਿਲੂਸ਼ਨ ਦੇ ਵਿਚਕਾਰ। ਡਿਲੂਸ਼ਨ ਜਾਂ ਕੰਸਨਟ੍ਰੇਸ਼ਨ ਇੱਕ ਦੂਜੇ ਤੋਂ ਹੀ ਬਣਦੇ ਆ। ਜੇ ਕੰਸਨਟ੍ਰੇਸ਼ਨ ਘਟਾਈ ਜਾਓ ਤੇ ਡਿਲੂਸ਼ਨ ਨਾਲ ਜਾਈ ਜਾਣ ਡਿਆ, ਆਪਾਂ ਡਿਲੂਟ ਹੀ ਹੁੰਦਾ ਪਿਆ। ਬੁੱਕ ਤੇ ਇੱਥੇ ਰੂਟ C ਹੁੰਦਾ। ਵੇਖਿਓ ਇਹਨੂੰ ਗ੍ਰਾਫ ਨੂੰ ਕਿੱਦਾਂ ਪਲਾਟ ਕਰਾਂਗੇ। ਲੈਮਡਾ m ਦਾ ਫਾਰਮੂਲਾ ਪਤਾ ਨਾ ਕੱਲ੍ਹ ਵਾਲਾ ਤੁਹਾਨੂੰ, ਕਾਪਾ ਇੰਟੂ 1000 ਡਿਵਾਈਡਡ ਬਾਈ ਮੋਲੈਰਿਟੀ। ਇਹ ਕੱਲ੍ਹ ਫਾਰਮੂਲਾ ਲਿਖਿਆ ਸੀ। ਮੋਲੈਰਿਟੀ ਦਾ ਮਤਲਬ ਕੀ ਆ? ਕੰਸਨਟ੍ਰੇਸ਼ਨ। ਮੋਲੈਰਿਟੀ ਕੰਸਨਟ੍ਰੇਸ਼ਨ ਟਰਮ ਹੀ ਹੁੰਦੀ ਨਾ। ਕਾਪਾ ਵੀ ਕੌਂਸਟੈਂਟ, 1000 ਵੀ ਕੌਂਸਟੈਂਟ, ਕੌਂਸਟੈਂਟ ਦੀ ਜਗ੍ਹਾ ਤੇ ਪ੍ਰਪੋਰਸ਼ਨਲ ਪਾਤਾ। ਲੈਮਡਾ m 1/c ਆ ਇੱਕ ਇਕੁਏਸ਼ਨ ਜੇ, ਇਨਵਰਸਲੀ ਪ੍ਰਪੋਰਸ਼ਨਲ। ਦੂਸਰੀ ਹੁਣ ਇਹ ਕੰਸਨਟ੍ਰੇਸ਼ਨ ਦਾ ਵੋਲੀਅਮ ਨਾਲ ਕੀ ਲਿੰਕ ਹੀ? ਕੰਸਨਟ੍ਰੇਸ਼ਨ ਹੁੰਦਾ ਵਾ 1/v। ਕੰਸਨਟ੍ਰੇਸ਼ਨ ਦਾ ਵੋਲੀਅਮ ਨਾਲ ਕੀ ਲਿੰਕ ਹੈਗਾ? 1/v। ਜੇ ਵੋਲੀਅਮ ਵਧੂਗਾ ਆਪਾਂ ਕਰਨੀ ਕੀ ਆ? ਡਿਲੂਸ਼ਨ। ਜਦੋਂ ਆਪਾਂ ਡਿਲੂਸ਼ਨ ਕਰਦੇ ਆ ਵੋਲੀਅਮ ਕੀ ਆ? ਵੱਧਦਾ, ਇਨਕਰੀਜ਼ ਹੁੰਦਾ। ਵੋਲੀਅਮ ਕੀ ਹੁੰਦਾ ਵਾ? ਇਨਕਰੀਜ਼। ਤੇ ਕੰਸਨਟ੍ਰੇਸ਼ਨ ਕੀ ਹੋਊਗੀ? ਡਿਕਰੀਜ਼। ਜੇ ਕੰਸਨਟ੍ਰੇਸ਼ਨ ਡਿਕਰੀਜ਼ ਹੋ ਗਈ ਤੇ ਮੋਲਰ ਕੰਡਕਟਿਵਿਟੀ ਇਨਕਰੀਜ਼ ਹੋਣੀ। ਪਤਾ ਲੱਗਾ ਕਿੱਦਾਂ ਇੱਥੋਂ ਤੱਕ ਪਹੁੰਚੇ? ਜੇ ਵੋਲੀਅਮ ਵਧਾਓਗੇ ਤੇ ਕੰਸਨਟ੍ਰੇਸ਼ਨ ਘਟੂਗੀ। ਆ ਕੰਸਨਟ੍ਰੇਸ਼ਨ ਆ, ਮੰਨ ਲਓ ਕੰਸਨਟ੍ਰੇਸ਼ਨ ਇਸ ਜਗ੍ਹਾ ਤੇ ਆ, ਡਿਲੂਸ਼ਨ ਕਰਨ ਲੱਗੇ ਕੰਸਨਟ੍ਰੇਸ਼ਨ ਨੇ ਘਟਣਾ,
ਕੰਸਨਟ੍ਰੇਸ਼ਨ ਨੇ ਘਟਣਾ ਤੇ ਮੋਲਰ ਕੰਡਕਟਿਵਿਟੀ ਨੇ ਵਧਣਾ। ਫਿਰ ਇਸ ਤਰ੍ਹਾਂ ਦੀ ਜੇਕਰ ਮੈਂ ਲਾਈਨ ਡਰਾ ਕਰਾਂ, ਕੁਝ ਸਮਝ ਆਉਂਦਾ? ਜਿੱਦਾਂ ਜਿੱਦਾਂ ਤੁਸੀਂ ਬੈਕ ਸਾਈਡ ਆਉਣ ਡੈ, ਕੰਸਨਟ੍ਰੇਸ਼ਨ ਘਟਣ ਦੀ ਤੇ ਮੋਲਰ ਕੰਡਕਟਿਵਿਟੀ ਵਧਣ ਦੀ। ਆ ਐਰੋ ਤਾਂ ਨੂੰ ਜਾਂਦਾ ਪਿਆ ਨਾ, ਮੋਲਰ ਕੰਡਕਟਿਵਿਟੀ ਵੱਧਦੀ ਪਈ। ਐਰੋ ਆ ਸਮਝ ਲੱਗਾ? ਠੀਕ ਹੈ। ਆ ਫਿਰ ਵੇਖਿਓ, ਜਿਸ ਤਰ੍ਹਾਂ ਇੰਨੀ ਕੁ ਚੀਜ਼ ਦੇਖੋ, ਪਹਿਲਾਂ ਬਲੈਕ ਜਿਹਾ ਕੈਪ। ਹੁਣ ਇੱਥੇ ਕੀ ਪਤਾ ਲੱਗਣ ਡਿਆ ਵੀ ਕੰਸਨਟ੍ਰੇਸ਼ਨ ਤੇ ਹੈਗੀ ਮੈਕਸੀਮਮ ਤੇ ਮੋਲਰ ਕੰਡਕਟਿਵਿਟੀ ਘੱਟ ਆ। ਜਿੱਦਾਂ ਜਿੱਦਾਂ ਆਪਾਂ ਅੱਗੇ ਨੂੰ ਇੱਧਰ ਨੂੰ ਆਉਣਾ, ਕੰਸਨਟ੍ਰੇਸ਼ਨ ਘਟਣ ਦੀ ਤੇ ਆਹ ਚੀਜ਼ ਤਾਂ ਨੂੰ ਜਾਈ ਜਾਂਦੀ, ਮੋਲਰ ਕੰਡਕਟਿਵਿਟੀ ਵੱਧਦੀ ਪਈ। ਮੋਲਰ ਕੰਡਕਟਿਵ ਵੱਧਦੀ ਇਹ ਇੱਥੇ ਜਾ ਕੇ ਮੈਚ ਕਰ ਜਾਣੀ, ਇਹਦੇ ਨਾਲ ਟੱਚ ਕਰ ਗਈ। ਇਹਨੂੰ ਕਹਿਣਾ ਵਾ ਲੈਮਡਾ ਨੋਟ ਐਮ। ਲੈਮਡਾ ਨੋਟ ਐਮ ਹੁੰਦਾ ਜੇ ਲਿਮਿਟਿੰਗ ਮੋਲਰ ਕੰਡਕਟਿਵਿਟੀ। ਲਿਮਿਟਿੰਗ ਮੋਲਰ ਕੰਡਕਟਿਵਿਟੀ ਵੀ ਇੱਥੇ ਲਿਮਿਟ ਆ, ਇਹ ਤੋਂ ਅੱਗੇ ਮੋਲਰ ਕੰਡਕਟਿਵਿਟੀ ਵੱਧ ਨਹੀਂ ਸਕਦੀ। ਲਿਮਿਟਿੰਗ ਮੋਲਰ ਕੰਡਕਟਿਵਿਟੀ। ਇਹ ਫਸਟ ਦਾ ਗ੍ਰਾਫ ਆ ਗਿਆ ਸਟਰੋਂਗ। ਕੁਝ ਪੁੱਛਣਾ ਇੱਥੇ ਕਿ ਕੁਝ ਨਾ ਕੁਝ ਕਲੀਅਰ ਹੋਇਆ? ਜੇ ਮੈਂ ਕਹਾਂ ਗ੍ਰਾਫ ਦੀ ਇੱਕ ਇਕੁਏਸ਼ਨ ਹੁੰਦੀ, ਵੇਖਿਓ ਇਹਦੇ ਨਾਲ ਮੈਚ ਹੁੰਦੀ, ਲੈਮਡਾ ਐਮ ਲੈਮਡਾ ਨੋਟ ਐਮ ਮਾਈਨਸ ਬੀ ਰੂਟ ਸੀ। ਆ ਇਸ ਗ੍ਰਾਫ ਦੀ ਇਕੁਏਸ਼ਨ ਹੁੰਦੀ। ਤੁਹਾਨੂੰ ਗ੍ਰਾਫ ਬਣਾਉਣੇ ਆਉਂਦੇ ਨਾ, ਜਦੋਂ ਆਪਾਂ ਇਦਾਂ ਲਿਖਦੇ ਨੇ y ਇਜ਼ ਇਕੁਅਲ ਟੂ mx ਪਲੱਸ c, ਇਕੁਏਸ਼ਨ ਲਿਖੀ ਦੀ y ਐਕਸਿਸ ਤੇ ਕਿਹੜੀ ਚੀਜ਼ ਆ? ਲੈਮਡਾ m। ਆ ਜਿਹੜਾ ਲੈਮਡਾ ਨੋਟ m ਇਹ ਇੰਟਰਸੈਪਟ ਹੁੰਦਾ ਇੱਥੋਂ ਲੈ ਕੇ ਇੱਥੋਂ ਤੱਕ। ਲੈਮਡਾ ਨੋਟ m ਸਲੋਪ ਕਿਹੜਾ ਆਉਂਦਾ ਪਿਆ? ਨੈਗੇਟਿਵ ਸਲੋਪ, ਮਤਲਬ ਆ x ਡਾਊਨਵਰਡ ਆਉਣਾ। ਤੇ x ਐਕਸਿਸ ਤੇ ਕਿਹੜੀ ਚੀਜ਼ ਹੈਗੀ ਆ? ਅੰਡਰ ਰੂਟ ਸੀ। y ਐਕਸਿਸ ਤੇ ਲੈਮਡਾ m, x ਐਕਸਿਸ ਤੇ ਅੰਡਰ ਰੂਟ ਸੀ। ਤੇ ਆ ਸਾਡਾ ਅੱਧਾ ਪੋਰਸ਼ਨ ਕੰਪਲੀਟ ਹੋ ਗਿਆ। ਹੁਣ ਵਾਰੀ ਕਿਹਦੀ ਆ ਗਈ? ਵੀਕ ਇਲੈਕਟ੍ਰੋਲਾਈਟ ਦੀ। ਫਿਰ ਇਹ ਚੀਜ਼ਾਂ ਰਿਪੀਟ ਹੋਣੀਆਂ, ਧਿਆਨ ਰੱਖਿਓ। ਦੇਖਿਓ ਵੀਕ ਇਲੈਕਟ੍ਰੋਲਾਈਟ ਪੜ੍ਹੀਏ, ਉਹ ਚੀਜ਼ਾਂ ਦੇਖੋ। ਲੈਮਡਾ m ਜਿਹੜਾ ਵਾ, ਲੈਮਡਾ m ਇਹ ਕਿਹਦੇ ਤੇ ਡਿਪੈਂਡ ਕਰਦਾ? ਕੰਸਨਟ੍ਰੇਸ਼ਨ ਤੇ। ਜੇ ਕੰਸਨਟ੍ਰੇਸ਼ਨ ਘਟੂਗੀ, ਡਿਕਰੀਜ਼ ਹੋਊਗੀ, ਤੇ ਲੈਮਡਾ m ਨੇ ਕੀ ਹੋਣਾ? ਇਨਕਰੀਜ਼ ਹੋਣਾ। ਇੱਥੇ ਦੇਖਿਓ, ਆਪਾਂ ਬੈਕ ਸਾਈਡ ਜਾਣਾ, ਕੰਸਨਟ੍ਰੇਸ਼ਨ ਮੈਕਸੀਮਮ, ਕੰਸਨਟ੍ਰੇਸ਼ਨ ਘਟਣ ਦੀ, ਪਿੱਛੇ ਨੂੰ ਜਾਈਏ ਤੇ ਘਟਣੀ ਆ ਨਾ। ਲੈਮਡਾ m ਜਿਹੜਾ ਇਹ ਵਧੀ ਜਾਣਾ, ਆ ਪੀਕ ਹੌਲੀ ਹੌਲੀ ਤਾਂ ਨੂੰ ਜਾਣੀ। ਕੰਸਨਟ੍ਰੇਸ਼ਨ ਘਟਣ ਦੀ, ਲੈਮਡਾ m ਵਧੀ ਜਾਂਦਾ। ਇਹ ਕਦੀ ਟੱਚ ਨਹੀਂ ਕਰਨਾ, ਇਹਨੇ ਇਹਦੇ ਪੈਰਲਲ ਹੋ ਜਾਣਾ, ਇਹਦੇ 'ਚ ਟੱਚ ਨਹੀਂ ਕਰਦਾ। ਇਹਨਾਂ 'ਚ ਟੱਚ ਕਰਦਾ, ਕਾਰਨ ਕੀ ਆ? ਅਲਫਾ ਦਾ। ਇਹ ਪੂਰਾ ਟੁੱਟ ਜਾਂਦਾ, ਹੋਰ ਟੁੱਟਣ ਵਾਲੀ ਚੀਜ਼ ਨਹੀਂ ਉਹ 'ਚ ਬਚਿਆ ਰਹਿੰਦਾ। ਤਾਂ ਕਰਕੇ ਆਹ ਲਾਈਨ ਇਹਦੇ ਨਾਲ ਕਦੀ ਮੈਚ ਨਹੀਂ ਹੁੰਦੀ। ਕਿਹੜੀ ਚੀਜ਼ ਨਹੀਂ ਲੱਭੀ? ਲੈਮਡਾ ਨੋਟ ਪਾ ਲਓ, ਜਾਂ ਇਨਫਿਨਿਟੀ ਪਾ ਲਓ, ਇੱਕੋ ਚੀਜ਼ ਆ। ਇਹ ਚੀਜ਼ ਇੱਥੇ ਸਾਡੇ ਕੋਲ ਨਹੀਂ ਹੈਗੀ, ਨਹੀਂ ਲੱਭਦੀ, ਕਿਉਂਕਿ ਉਹ 100% ਟੁੱਟਦਾ ਹੀ ਨਹੀਂ, ਡਿਸੋਸੀਏਟ ਹੀ ਨਹੀਂ ਹੁੰਦਾ। ਹੋਇਆ ਕਲੀਅਰ? ਠੀਕ ਹੈ, ਨੋਟ ਕਰ ਲਓ। ਜੇ ਇਹ ਨਹੀਂ ਲੱਭਦੀ ਤੇ ਫਿਰ ਅੱਗੇ ਸਾਨੂੰ ਕੋਈ ਨਾ ਕੋਈ ਹੈਡਿੰਗ ਮਿਲੂਗਾ, ਜਿਹ 'ਚ ਇਹ ਚੀਜ਼ ਲੱਭਾਂਗੇ ਆਪਾਂ। ਕਿਹੜੀ ਚੀਜ਼ ਨਹੀਂ ਲੱਭੀ? ਲਿਮਿਟਿੰਗ ਮੋਲਰ ਕੰਡਕਟਿਵਿਟੀ। ਕਿਹਦੀ ਨਹੀਂ ਲੱਭੀ? ਵੀਕ ਇਲੈਕਟ੍ਰੋਲਾਈਟ ਦੀ। ਤੇ ਇੱਕ ਲਾ ਬਣਨਾ ਵਾ ਕੋਹਲਾਰਸ਼ ਲਾ, ਉਹਦੇ 'ਚ ਇਹ ਚੀਜ਼ ਲੱਭਣੀ ਆ ਆਪਾਂ। ਠੀਕ, ਨੋਟ ਕਰੋ ਇਹਨਾਂ। ਕੀ ਹੋਇਆ? ਸਮਝਾਇਆ ਤੈਨੂੰ? ਆ ਵੇਖੋ, ਆ ਚੀਜ਼ ਦੁਬਾਰਾ ਦੇਖਿਓ। ਜਿੱਦਾਂ ਇਹੋ ਹੀ ਆ, CH3 COOH। ਆਪਾਂ ਇਹਦੇ ਵਿੱਚ ਵਾਟਰ ਪਾਇਆ, ਵਾਟਰ ਐਡ ਕੀਤਾ, ਇਹਨੇ ਆਪਣੇ ਵਿੱਚੋਂ ਇਹ ਕਿੰਨਾ ਕੁ ਟੁੱਟ ਗਿਆ? 0.1%। ਇਹ ਮੈਕਸੀਮਮ ਕਿੰਨਾ ਟੁੱਟ ਸਕਦਾ? 0.5। ਜਦੋਂ ਤੁਸੀਂ ਪਾਣੀ ਪਾਇਆ, ਤੁਸੀਂ ਮੰਨ ਲਓ ਇੱਥੇ ਕੁ ਪਹੁੰਚ ਗਏ, ਇਸ ਜਗ੍ਹਾ ਤੇ ਪਹੁੰਚ ਗਏ, ਤੁਹਾਡਾ ਦਿਮਾਗ ਕੰਮ ਕੀਤਾ, ਤੁਸੀਂ ਕਿਹਾ ਹੋਰ ਪਾਣੀ ਪਾ ਦਿੰਨੇ, ਹੋਰ ਵਾਟਰ ਪਾਇਆ, ਤੁਸੀਂ ਇਸ ਜਗ੍ਹਾ ਤੇ ਪਹੁੰਚ ਗਏ। ਜਿੱਦਾਂ ਜਿੱਦਾਂ ਵਾਟਰ ਪਾਈ ਜਾਓਗੇ, ਕੰਸਨਟ੍ਰੇਸ਼ਨ ਨੇ ਘਟੀ ਜਾਣਾ, ਤੇ ਇਹ 0.1 ਤੋਂ ਕਿੰਨਾ ਹੋ ਗਿਆ? 0.2। ਹੋਰ ਵਾਟਰ ਐਡ ਕੀਤਾ, ਤੁਸੀਂ ਇਸ ਜਗ੍ਹਾ ਤੇ ਪਹੁੰਚ ਗਏ, ਕੰਸਨਟ੍ਰੇਸ਼ਨ ਘਟ ਗਈ। ਹੋਰ ਐਡ ਕਰੀ ਜਾਂਦੇ, ਤੁਸੀਂ ਕੰਸਨਟ੍ਰੇਸ਼ਨ ਘਟਾਈ ਜਾਂਦੇ। ਕਿੰਨੀ ਘਟਾ ਸਕਦੇ? ਬਸ ਇੱਥੋਂ ਤੱਕ।
ਕਾਰਨ ਕੀ ਆ, ਇਹ 0.5 ਤੋਂ ਵਧਣ ਹੀ ਨਹੀਂ ਰਿਹਾ, ਇੱਥੇ ਰੁਕ ਗਿਆ। ਜੇ ਅੱਗੇ ਪਹੁੰਚ ਜਾਣੇ ਇਹਨੇ ਜੁੜ ਜਾਣਾ ਹੀ ਇਹਦੇ ਨਾਲ। ਵੀਕ ਇਲੈਕਟ੍ਰੋਲਾਈਟ ਆ, ਜਿੰਨਾ ਮਰਜ਼ੀ ਪਾਣੀ ਪਾਈ ਜਾਓ 0.5 ਤੱਕ ਹੀ ਰਹਿਣਾ ਇਹਨੇ, ਅੱਗੇ ਟੁੱਟਣ ਹੀ ਨਹੀਂ ਰਿਹਾ। ਕਲੀਅਰ ਹੈ ਨਾ? ਕਰੋ ਨੋਟ। ਜਿਹੜਾ ਸਟਰੋਂਗ ਇਲੈਕਟ੍ਰੋਲਾਈਟ ਉਹਦਾ ਤੇ ਕਲੀਅਰ ਹੋ ਗਿਆ। ਇਹਦੇ ਤੇ ਡਾਊਟ ਰਿਹਾ ਕਿ ਇਹ ਕਿੱਦਾਂ ਲੱਭੀਏ, ਉਹਦੇ ਲਈ ਲਾਭ ਆ ਜਿਹੜਾ ਪੜ੍ਹਨਾ ਆਪਾਂ ਨੈਕਸਟ। ਕੋਲਾਰਸ਼ ਲਾ, ਕੋਈ ਵੀ ਬੋਰਡ ਹੋਵੇ ਇਹਦੇ ਚੋਂ ਕੁਐਸਚਨ ਬਣਦਾ ਹੁੰਦਾ, ਇੰਪੋਰਟੈਂਟ ਹੈ ਕਾਫੀ। ਸਟੇਟਮੈਂਟ ਵੀ ਲਿਖਦੇ, ਇੱਧਰ ਵੇਖਿਓ ਲਿਖਣ ਕੀ ਲੱਗੇ ਆਪਾਂ। ਮੇਨ ਇਹਨੇ ਡੀਲ ਕਰਨਾ ਜੇ ਵੀਕ ਇਲੈਕਟ੍ਰੋਲਾਈਟ ਨਾਲ। ਵੀਕ ਇਲੈਕਟ੍ਰੋਲਾਈਟ ਇਹਨੂੰ ਯਾਦ ਰੱਖੋ, ਐਸਟਿਕ ਐਸਿਡ CH3COOH। ਇਹਨੂੰ ਵੀਕ ਕਿਉਂ ਕਹਿੰਦੇ ਪਏ? ਕਿਉਂਕਿ ਇਹ ਟੋਟਲ ਆਪਣੇ ਜਿਹੜੇ H ਆ ਉਹ ਰਿਲੀਜ਼ ਨਹੀਂ ਕਰਦਾ। ਇਹ ਟੁੱਟਦਾ ਕਿੰਨਾ ਵਾ? ਮੈਕਸੀਮਮ 0.5 ਤੱਕ। ਇੰਨਾ ਕੁ ਡਿਸੋਸੀਏਟ ਹੁੰਦਾ ਵਾ, 100% ਡਿਸੋਸੀਏਟ ਨਹੀਂ ਹੁੰਦਾ, ਤਾਂ ਕਰਕੇ ਇਹਨੂੰ ਕੀ ਕਹਿੰਦੇ ਪਏ ਆਪਾਂ? ਵੀਕ। ਆਪਾਂ ਇਹਨੂੰ ਤੋੜਦੇ ਕਿੱਦਾਂ ਪਏ? ਜਿੱਦਾਂ ਆਪਾਂ ਇਹਦੇ ਵਿੱਚ ਵਾਟਰ ਐਡ ਕਰਦੇ ਪਏ, ਵਾਟਰ ਐਡ ਕਰਦੇ ਪਏ ਆ ਤੇ ਇਹਦੀ ਡਿਸੋਸੀਏਸ਼ਨ ਵਧੀ ਜਾਂਦੀ। ਜਿੱਦਾਂ 0.1 ਹੈ, ਹੋਰ ਐਡ ਕੀਤਾ 0.2, ਹੋਰ ਐਡ ਕੀਤਾ 0.3, ਆਪਾਂ ਪਤਾ ਨਹੀਂ ਕਿੰਨੀ ਕਾਰ ਵਾਟਰ ਇਹ 'ਚ ਐਡ ਕਰਤਾ। ਫਿਰ ਆਪਣੀ ਸਟਾਰਟਿੰਗ ਹੋਊਗੀ ਐਟ ਇਨਫਾਈਨਾਈਟ ਡਿਲਿਊਸ਼ਨ। ਇਨਫਾਈਨਾਈਟ ਡਿਲਿਊਸ਼ਨ, ਇਨਫਾਈਨਾਈਟ ਡਿਲਿਊਸ਼ਨ ਦਾ ਮਤਲਬ ਇਹਦੇ ਤੋਂ ਕਲੀਅਰ ਹੁੰਦਾ ਤੁਹਾਨੂੰ ਆਹ ਚੀਜ਼ ਤੋਂ। ਜੇ ਤੇ ਆਪਾਂ ਇੱਕ ਵਾਰ ਐਡ ਕਰਦੇ, ਚਲੋ ਇੱਕ ਲਿਖ ਦਿੰਨੇ, ਦੋ ਵਾਰ ਐਡ ਕਰਦੇ 2 ਲਿਖ ਦਿੰਨੇ। ਇਨਫਾਈਨਾਈਟ ਵਰਡ ਕਿਉਂ ਲਿਖਿਆ? ਪਤਾ ਨਹੀਂ ਆਪਾਂ ਕਿੰਨੀ ਵਾਰ ਐਡ ਕਰਤਾ। ਐਟ ਇਨਫਾਈਨਾਈਟ ਡਿਲਿਊਸ਼ਨ ਵੈਨ ਡਿਸੋਸੀਏਸ਼ਨ ਇਜ਼ ਕੰਪਲੀਟ। ਐਟ ਇਨਫਾਈਨਾਈਟ ਡਿਲਿਊਸ਼ਨ ਵੈਨ ਡਿਸੋਸੀਏਸ਼ਨ ਇਜ਼ ਕੰਪਲੀਟ। ਇਹ ਗੱਲ ਕਲੀਅਰ ਹੋ ਜੂ। At infinite dilution when dissociation is complete, dissociation is complete, each ion contribute toward conductivity। ਇਹ ਹੁੰਦਾ ਜੇ ਕੋਲਾਰਸ਼ ਲਾ ਦੀ ਸਟੇਟਮੈਂਟ ਵੀ ਸਾਨੂੰ ਆਉਣੀ ਚਾਹੀਦੀ। ਨੂਮੈਰੀਕਲ ਤੇ ਇੰਪੋਰਟੈਂਟ ਹੀ ਆ, ਕੱਲਾ ਸਟੇਟਮੈਂਟ ਵੀ ਪੁੱਛ ਸਕਦੇ। ਲੈਮਡਾ ਕੰਡਕਟਿਵਿਟੀ ਦਾ ਸਾਈਨ ਕੀ ਹੁੰਦਾ? ਲੈਮਡਾ। ਜੇ ਮੋਲਰ ਕੰਡਕਟਿਵਿਟੀ ਇੱਥੇ M ਪਾ ਦੇਈਦਾ। ਹੁਣ ਮੋਲਰ ਕੰਡਕਟਿਵਿਟੀ ਕਿਹਦੀ ਕਹਿਣੇ ਪਏ ਆਪਾਂ? ਕਿਸੇ ਦੀ, ਇਹ ਜ਼ਰੂਰੀ ਨਹੀਂ ਇਹੋ ਹੀ ਹੋਵੇ, ਹੋਰ ਵੀ ਹੋ ਸਕਦੇ। ਮੈਂ ਇੱਥੇ AB ਲਿਖ ਦਿੰਦਾ। ਜਿੱਦਾਂ ਆ ਪੂਰੀ ਚੀਜ਼ ਜਿਹੜੀ ਆ ਇਹ A ਨੂੰ ਰਿਪਰੈਜ਼ੈਂਟ ਕਰਦੀ ਪਊ ਤੇ ਆ ਕਿਹਨੂੰ? B ਨੂੰ। ਤੇ A ਤੇ B ਜੁੜ ਕੇ AB ਬਣਿਆ ਨਾ। ਇਹ ਗੱਲ ਕਲੀਅਰ ਹੁੰਦੀ। ਮੈਂ ਕੀ ਕਹਿਣਾ ਪਿਆ ਵਾਂ? ਜਦੋਂ ਇਨਫਾਈਨਾਈਟ ਡਿਲਿਊਸ਼ਨ ਹੋਣੀ, ਡਿਸੋਸੀਏਸ਼ਨ ਇਹਦੀ ਕੰਪਲੀਟ ਹੋ ਗਈ, ਈਚ ਆਇਨ ਕੰਟਰੀਬਿਊਟ ਯੋਗਦਾਨ ਪਾਊਗਾ ਕੰਡਕਟਿਵਿਟੀ ਵਿੱਚ। ਇਹ 'ਚ ਕਿਹੜੇ ਕਿਹੜੇ ਆਇਨ ਆ? ਇੱਕ A ਤੇ ਇੱਕ B। A ਨੇ ਵੀ ਕੰਡਕਟਿਵਿਟੀ ਕਰਾਉਣੀ, ਆ ਵੀ ਲੈਮਡਾ, ਆ ਵੀ ਲੈਮਡਾ। ਤੇ ਹੋਰ ਕਿੰਨੇ ਕੰਡਕਟਿਵਿਟੀ ਕਰਾਉਣੀ ਆ? B ਨੇ ਵੀ। A ਤੇ ਕਿਹੜਾ ਚਾਰਜ? ਪੋਜ਼ਿਟਿਵ। B ਤੇ ਕਿਹੜਾ ਚਾਰਜ? ਨੈਗੇਟਿਵ। ਕਿਹੜੀ ਕੰਡਕਟਿਵਿਟੀ? ਲਿਮਿਟਿੰਗ ਮੋਲਰ ਕੰਡਕਟਿਵਿਟੀ। ਇਨਫਿਨਿਟੀ ਪਾ ਲਓ, ਨੋਟ ਪਾ ਲਓ। ਇੱਥੇ ਵੀ ਇਨਫਿਨਿਟੀ, ਇੱਥੇ ਵੀ ਇਨਫਿਨਿਟੀ। ਤੁਹਾਨੂੰ ਆਹ ਸਟੇਟਮੈਂਟ ਨਹੀਂ ਪਤਾ ਲੱਗੀ ਤੇ ਇਹਦੇ ਤੋਂ ਸਟੇਟਮੈਂਟ ਬਣਾ ਲਓ।
की लिखोगे लिमिटिंग मोलर कंडक्टिविटी, लिमिटिंग मोलर कंडक्टिविटी इज इक्वल टू सम ऑफ कंडक्टिविटी ऑफ ईच आइन, सम ऑफ कंडक्टिविटी ऑफ ईच आइन। आ स्टेटमेंट पता लगदी, कंडक्टिविटी इज इक्वल टू सम ऑफ कंडक्टिविटी, लैम्डा का मतलब कंडक्टिविटी है, आ भी लैम्डा ते आ भी लैम्डा। कंडक्टिविटी इज इक्वल टू सम ऑफ कंडक्टिविटी ऑफ ईच आइन। ये क्लीयर होंदा? ठीक है, दसो जो पुछना ते नहीं पता लगता, सारा नहीं पता लगता। आड़ी चीज़ ना ए बी का देखो मतलब कि इतने एग्जाम्पल देखियो, हुण एदी जगह ते हो सकता CH3COOH हुंदा, एदी जगह ते हो सकता होवे CH3 C2H5COOH हुंदा, एदी जगह ते NaCl हुंदा, HCl हुंदा, NH3OH हुंदा, जो मर्जी होवे। इनू जेकर तोड़िए की आना ही CH3COO नैगेटिव ते H पॉजिटिव, इनू जेकर तोड़िए की आना ही C6H5COO नैगेटिव ते H पॉजिटिव, इनू तोड़िए Na पॉजिटिव ते Cl नैगेटिव, इनू तोड़िया H पॉजिटिव ते Cl नैगेटिव, ये तो बड़े ने। फिर आप कला ये सारिਆਂ ਲਈ A ਤੇ B सिंबल वरत लिया भी ए कुछ भी हो सकता, ए आ भी हो सकता, आ भी हो सकता, आ भी तो आ भी हो सकता, तो बी कुछ भी हो सकता, टुटने इदा नहीं। ठीक है, जे इस तरह होंदा ये भी याद रखो, ए दे पैर च 2 ते बी दे पैर च 2, ਜਾਂ AB2 ਪਹਿਲੋਂ ਇੱਥੇ मैं एग्जाम्पल ਲਵਾਂ, कोई चीज़ ਹੁੰਦੀ MgCl2 पैर च 2, ਇੱਥੇ ਵੇਖੋ पैर च 1 ਆ, ਇਹਦੇ पैर च भी 1 ਤੇ ਇਹਦੇ पैर च भी 1, इधर भी इदा। हुण एक दे पैर च 2 आ गया, जेड़ा 2 हुंदा उहनूं अगे ला देना है, जेड़ा भी 2 होवे, जिद्दां ਇਹਦੇ पैर च 2 आया इहनूं किद्दां तोड़ना, A नैगेटिव जां A पॉजिटिव B नैगेटिव, 2 अगे ला देना, जे इत्थे भी 2 होवे फिर 2 अगे ला देना। होया क्लीयर ना? ठीक है, करो नोट। इनफिनिटी ਲਈ ਆਪਾਂ ग्राफ ਜਦੋਂ ਬਣਾਇਆ ਸੀ ਨਾ, ਤੁਸੀਂ ਮੈਨੂੰ ਦੱਸੋ ਤੁਸੀਂ ਇੰਨੀ ਕੁ ਕੰਸਨਟ੍ਰੇਸ਼ਨ ਤੇ ਗੱਲ ਕਰਦੇ ਪਏ ਸੀ ਕਿ ਤੁਸੀਂ ਟੋਟਲ ਤੱਕ ਜਾਣਾ, ਟੋਟਲ ਤੱਕ ਜਾਣਾ ਸੀ ਨਾ, ਤੁਸੀਂ ਇੱਧਰ ਨੂੰ ਵਧੀ ਜਾਣ ਡੈ ਤੇ ਆਹ ਵੈਲਿਊ ਤੁਹਾਨੂੰ ਲੱਭੀ ਨਹੀਂ। ਇਹ ਕਿਹੜੀ ਵੈਲਿਊ ਹੁੰਦੀ? ਲੈਮਡਾ ਇਨਫਿਨਿਟੀ m। ਇਹ ਇਨਫਾਈਨਾਈਟ ਦਾ ਮਤਲਬ ਤੁਸੀਂ ਬੜੀ ਡਿਲੂਸ਼ਨ ਕਰ ਲਈ ਆ, ਬੜਾ ਪਾਣੀ ਪਾ ਲਿਆ, ਫਿਰ ਲੈਮਡਾ ਕਿੰਨਾ ਹੋਊਗਾ ਇਨਫਿਨਿਟੀ ਤੇ ਜਾ ਕੇ। ਇਨਫਿਨਿਟੀ मतलब बहुत ज़्यादा दूर पहुँच गए। ठीक है,
पहली एप्लीकेशन अप्लाई करिए तो क्वेश्चन सॉल्व करिए। क्वेश्चन नाल नोट कर लियो। याद रखियो क्वेश्चन जरूर आऊगा, इदां दा ना आवे थोड़ा वैल्यू चेंज होणगियां पर क्लास ला चो जरूर पुछणगे। ते तुहानूं समझ भी आ जाना, इन्ना औखा नहीं हुंदा इहनूं अटैम्प्ट करना। सब तो पहलों तो आप थोड़ी बेसिक नॉलेज वरतते हैं। सानू इन्हां दे फार्मूले पता होने चाहिए। पहलो क्वेश्चन सारा पढ़ी जाओ। पहला कंपाउंड केड़ा होंदा? सोडियम बेंजोएट। सोडियम बेंजोएट। ये तो चीज़ों की नॉलेज होनी चाहिए ना कि इसका कैमिकल फार्मूला की होगा। की फार्मूला हो सकता? बेंज बनया बेंजीन तो। बेंजीन का फार्मूला हुंदा C6H6, पर इत्थे एक H घट लगना, C6H5, COO एस्टर ग्रुप आ O8। मैं ये समझाउण नहीं लगना भी हुण एस्टर की हुंदा कीटोन की हुंदा, ये किते ना किते सुने होणगे ना। ਇਹਦਾ फार्मूला हुंदा जे बेंज तो आ चीज़ आ गई, एस्टर हुंदा COOR, आर की जगह तो इत्थे सोडियम लगना जे। ये सोडियम बेंजोएट का फार्मूला। मैं तुहानूं मेन नमैरिकल समझाउणा, हुण ये ना कही जाए भी सोडियम बेंजोएट का वो फार्मूला किद्दां बन गया। ये तो +1 का काम ही है ना। दूसरी चीज़ की आ? हाइड्रोक्लोरिक एसिड। हाइड्रोक्लोरिक एसिड किंदा लो? HCl। शाबाश। ते हाइड्रोजन क्लोराइड गैस का फार्मूला की हुंदा? हाइड्रोक्लोरिक एसिड की हुंदा वा? HCl। ते हाइड्रोजन क्लोराइड गैस भी यही हुंदी। ठीक है। जदों हाइड्रोजन क्लोराइड गैस जिहड़ी आ वो वाटर के कॉन्टैक्ट में आ गए HCl बन जाता हाइड्रोक्लोरिक एसिड। उस तो अगली चीज़ की आ? सोडियम क्लोराइड। सोडियम क्लोराइड का भी पता ही है ना, NaCl।
ਸੋਡੀਅਮ ਕਲੋਰਾਈਡ ਮੈਂ ਸਭ ਦੇ ਫਾਰਮੂਲੇ ਲਿਖਤੇ ਤੇ ਇੱਕ ਲਾਸਟ ਤੇ ਲੱਭਣਾ ਕੀ ਆਪਾਂ ਬੈਂਜੋਇਕ ਐਸਿਡ। ਬੈਂਜੋਇਕ ਐਸਿਡ ਦਾ ਕੀ ਫਾਰਮੂਲਾ ਹੁੰਦਾ ਵਾ? ਬੈਂਜੋਇਕ ਐਸਿਡ ਹੋਣਾ ਵਾ C6H5 COOH C6H5 COOH ਬੈਂਜੋਇਕ ਐਸਿਡ। ਹੁਣ ਮੇਨ ਕੁਐਸਚਨ ਆ ਲਾਓ ਉਹ ਚਾਰੇ ਚੀਜ਼ਾਂ ਜੇ ਠੀਕ ਆ ਸਮਝ ਹੀ ਤੇ ਇੱਧਰ ਦੇਖੋ ਮੇਨ ਆਪਾਂ ਕੀ ਪਤਾ ਕਰਨਾ। ਮੈਂ ਤੁਹਾਨੂੰ ਕਹਿੰਦਾ ਤੁਹਾਨੂੰ ਇਹ ਕੁਐਸਚਨ ਸਮਝ ਆ ਜਾਣਾ। ਧਿਆਨ ਰੱਖਿਓ ਮੋਲਰ ਕੰਡਕਟਿਵਿਟੀ ਜਿਹਦਾ ਸਿੰਬਲ ਹੁੰਦਾ ਲੈਮਡਾ ਕਿਹਦੀ ਪਤਾ ਕਰਨੀ? ਬੈਂਜੋਇਕ ਐਸਿਡ ਜਿਹਦਾ ਫਾਰਮੂਲਾ ਕੀ ਹੁੰਦਾ C6H5COOH। ਇਹ ਚੀਜ਼ ਆਪਾਂ ਪਤਾ ਕਰਨੀ ਜੀ। ਸਾਨੂੰ ਗਿਵਨ ਕੀ ਆ ਸ਼ੁਰੂ ਤੋਂ ਹੋ ਜਾਈਏ ਸੋਡੀਅਮ ਬੈਂਜੋਏਟ ਲੈਮਡਾ। ਸੋਡੀਅਮ ਬੈਂਜੋਏਟ ਦਾ ਕੀ ਫਾਰਮੂਲਾ C6H5COONA ਇਹ ਸਾਨੂੰ ਪਤਾ ਏ। ਦੂਸਰਾ ਸਾਨੂੰ ਕਿਹੜੀ ਚੀਜ਼ ਪਤਾ? ਹਾਈਡਰੋਕਲੋਰਿਕ ਐਸਿਡ ਬਾਰੇ ਵੀ ਪਤਾ। ਆ ਚੀਜ਼ਾਂ ਪਤਾ ਵਾ ਨਾ ਸਾਨੂੰ ਠੀਕ ਹੈ। ਤੀਸਰਾ ਸਾਨੂੰ ਕੀ ਪਤਾ? ਸੋਡੀਅਮ ਕਲੋਰਾਈਡ ਬਾਰੇ ਵੀ ਪਤਾ। ਇਹਨੂੰ ਤੋੜੀਏ ਸਾਰੇ ਤੋੜ ਕੇ ਲਿਖਣੇ ਆਪਾਂ। ਆ ਚੀਜ਼ ਤੇ ਆਪਾਂ ਲੱਭਣੀ ਪਰ ਇਹਨਾਂ ਨੂੰ ਕੋਲਾਰਸ਼ਲਾ ਅਪਲਾਈ ਕਰੀਏ ਫਿਰ ਇਦਾਂ ਦਾ ਲੈਮਡਾ ਪਾਈਦਾ ਜਿੱਦਾਂ ਮੈਂ AB ਤੋੜਦਾ ਪਿਆ ਸੀ ਆ ਚੀਜ਼ ਟੁੱਟਣੀ। C6H5COO ਨੈਗੇਟਿਵ ਵੱਖਰਾ ਤੇ H ਪੋਜ਼ਿਟਿਵ ਵੱਖਰਾ। H ਪੋਜ਼ਿਟਿਵ ਵੱਖਰਾ ਤੇ ਸਾਰਿਆਂ ਦੇ ਉੱਪਰ ਇਨਫਿਨਿਟੀ ਪਾ ਦੇਣਾ। ਇਹ ਚੀਜ਼ ਆਪਾਂ ਕੈਲਕੂਲੇਟ ਕਰਨੀ। ਇਹਨਾਂ ਕਲੀਅਰ ਹੁੰਦਾ? ਇਹਨੂੰ ਤੋੜੀਏ ਆ ਚੀਜ਼ ਵੱਖਰੀ ਤੇ Na ਪੋਜ਼ਿਟਿਵ ਵੱਖਰਾ ਲੈਮਡਾ C6H5COO ਨੈਗੇਟਿਵ ਪਲੱਸ ਲੈਮਡਾ Na ਪੋਜ਼ਿਟਿਵ ਸਾਰਿਆਂ ਦੇ ਉੱਪਰ ਇਨਫਿਨਿਟੀ ਪਾ ਦਈਏ ਤੇ ਇਹ ਚੀਜ਼ ਕਿੰਨੀ ਗਿਵਨ ਆ ਸਾਨੂੰ? ਕਿੰਨੀ ਗਿਵਨ ਆ ਸਾਨੂੰ 82.4 ਯੂਨਿਟ ਲਿਖਣ ਦੀ ਨਹੀਂ ਲੋੜ। HCl ਨੂੰ ਤੋੜੀਏ H ਵੱਖਰਾ ਤੇ Cl ਵੱਖਰਾ ਹੋਈ ਜਾਂਦਾ ਨਾ ਕਲੀਅਰ। ਇਹ ਕਿੰਨਾ ਗਿਵਨ ਆ 426.2 ਸਾਰਿਆਂ ਦੇ ਉੱਪਰ ਇਨਫਿਨਿਟੀ ਪਾ ਦਿੰਨੇ। ਇਹ ਸਾਰਾ ਕੋਲਾਰਸ਼ਲਾ ਅਪਲਾਈ ਹੁੰਦਾ ਪਿਆ। ਇਹਨੂੰ ਤੋੜੀਏ Na ਪਲੱਸ ਵੱਖਰਾ ਤੇ Cl ਮਾਈਨਸ ਵੱਖਰਾ ਤੇ ਇਹਦੀ ਵੈਲਿਊ ਕਿੰਨੀ ਹੈਗੀ 126.5। ਆ ਜਿਹੜੀਆਂ ਤਿੰਨ ਇਕੁਏਸ਼ਨਾਂ ਇਹਨਾਂ ਦੀ ਨੰਬਰਿੰਗ ਕਰ ਲਈਏ। ਫਸਟ ਇਹਨੂੰ ਆ ਤੇ ਲੱਭਣਾ ਆਪਾਂ ਇਹਨੂੰ ਨਹੀਂ ਇਹ 'ਚ ਲੈਣਾ 1 2 ਤੇ 3। ਹੁਣ ਦੇਖਿਓ ਇਹਦੇ ਵਿੱਚ ਕਿਹੜੇ ਕਿਹੜੇ ਜਾਣੇ ਚਾਹੀਦੇ ਸਾਨੂੰ ਮੇਨ ਵਿੱਚ C6H5COO ਨੈਗੇਟਿਵ ਇਹਨਾਂ 'ਚ ਲੱਭੋ ਕਿੱਥੇ ਆਏ। ਆ ਜਗ੍ਹਾ ਤੇ ਹੈਗਾ ਪਹਿਲੀ ਇਕੁਏਸ਼ਨ ਟਿਕ ਕਰ ਲਈ। ਫਿਰ H ਪਲੱਸ ਚਾਹੀਦਾ H ਪਲੱਸ ਨੂੰ ਲੱਭਿਆ ਪਹਿਲੀ 'ਚ ਤੇ ਹੈ ਨਹੀਂ ਦੂਸਰੀ ਵਿੱਚ H ਪਲੱਸ ਹੈਗਾ ਇਹਨੂੰ ਟਿਕ ਕਰ ਲਿਆ ਤੇ ਫਿਰ ਇਹਨਾਂ ਦੋਨਾਂ ਨੂੰ ਕੀ ਕਰਾਉਣਾ ਐਡ ਇਕੁਏਸ਼ਨ 1 ਤੇ 2 ਨੂੰ ਐਡ ਕਰਾਉਣਾ। ਇਹਨਾਂ ਤੇ ਸਮਝ ਆ ਗਿਆ ਠੀਕ ਆ। ਬਚੀ ਥਰਡ ਇਕੁਏਸ਼ਨ 1 ਦੇ ਵਿੱਚ Na ਵਾ ਤੇ ਥਰਡ ਦੇ ਵਿੱਚ ਵੀ Na ਹੈਗਾ ਤੇ ਇਹ ਕੈਂਸਲ ਕਰਾਉਣੀ ਸਾਨੂੰ Na ਨਹੀਂ ਚਾਹੀਦਾ ਤੇ ਹੋਰ ਆਪਾਂ ਕਿਹਨੂੰ ਕੈਂਸਲ ਕਰਾਉਣਾ Cl ਨੂੰ। ਫਿਰ ਥਰਡ ਜਿਹੜੀ ਬਚ ਗਈ ਉਹਨੂੰ ਕੀ ਕਰਾਉਣਾ ਆਪਾਂ ਸਬਟਰੈਕਟ। ਇਕੁਏਸ਼ਨ 1 ਤੇ 2 ਨੂੰ ਐਡ ਕਰਾਉਣਾ ਤੇ ਥਰਡ ਨੂੰ ਸਬਟਰੈਕਟ ਕਰਾਉਣਾ ਸਾਡਾ ਆਨਸਰ ਆ ਜਾਣਾ। ਕਰਾਈਏ ਐਡ। ਇਹਨਾਂ ਨੂੰ ਨਹੀਂ ਲਿਖਣ ਦੀ ਲੋੜ ਜਿਹੜੇ ਇਜ਼ ਇਕੁਅਲ ਟੂ ਤੋਂ ਬਾਅਦ ਵਾਲੇ ਉਹ ਲਿਖੀਏ ਕਿਹੜੇ ਕਿਹੜੇ ਆ ਲੈਮਡਾ C6H5COO ਨੈਗੇਟਿਵ ਪਲੱਸ ਲੈਮਡਾ Na ਪੋਜ਼ਿਟਿਵ। ਫਿਰ ਅਗਲੀ ਇਕੁਏਸ਼ਨ ਦੂਜੀ ਇਹਨੂੰ ਐਡ ਕਰਾਉਣਾ ਸੀ ਨਾ ਕੀ ਆ ਜਾਊਗਾ ਲੈਮਡਾ H ਪੋਜ਼ਿਟਿਵ ਪਲੱਸ ਲੈਮਡਾ Cl ਨੈਗੇਟਿਵ। ਫਿਰ ਕੀ ਕਰਾਉਣਾ ਸਬਟਰੈਕਟ ਇਹਦੇ ਨਾਲ ਮਾਈਨਸ ਲੱਗ ਜਾਣਾ ਤੇ ਇਹਦੇ ਨਾਲ ਮਾਈਨਸ ਲੱਗ ਜਾਣਾ ਇਜ਼ ਇਕੁਅਲ ਟੂ। ਅੱਗੇ ਦੇਖਿਓ ਪਹਿਲੇ ਦੋਨਾਂ ਨੂੰ ਕੀ ਕਰਾਇਆ ਆਪਾਂ ਐਡ ਕਰਾਤਾ ਤੇ ਲਾਸਟ ਵਾਲੇ ਨੂੰ ਕੀ ਕਰਾਤਾ ਸਬਟਰੈਕਟ ਕਰਾਤਾ। ਪਹਿਲਾਂ ਇੱਧਰ ਵੇਖੋ ਇਦਾਂ ਦਾ ਬਣ ਗਿਆ ਕਿ ਨਹੀਂ ਕੈਂਸਲ ਪਲੱਸ ਮਾਈਨਸ ਵਾਲੇ ਕੱਟੇ ਗਏ ਕੈਂਸਲ ਕੀ ਬਚਿਆ H ਪੋਜ਼ਿਟਿਵ ਤੇ ਕੀ ਬਚਿਆ ਆ ਦੋਵੇਂ ਬਚੇ ਨਾ ਇਹਨਾਂ ਨੂੰ ਜੋੜ ਦੋ ਤੇ ਕੀ ਬਣ ਗਿਆ
C6H5COO H ਇਹੋ ਬਣ ਗਿਆ ਤੇ ਕਿਹਦੇ ਇਕੁਅਲ ਆ ਗਿਆ। ਇਹਨਾਂ ਨੂੰ ਸੋਲਵ ਕਰ ਲਿਓ ਤੇ ਇੱਥੇ ਆਨਸਰ ਲਿਖ ਦੇਣਾ। ਇਹਨੂੰ ਐਡ ਕੀਤਾ 4 ਤੇ 2 6.6 ਤੇ 2 8 8 ਤੇ 2 10 5 ਮਾਈਨਸ ਕੀਤਾ 126.5 ਤੇ ਕੋਈ ਆਨਸਰ ਆ ਜਾਊਗਾ, ਲਿਖ ਦਿਓ ਆਪੇ, ਕਰ ਲੋਗੇ ਨਾ ਮਾਈਨਸ। 6 ਚੋਂ 5 ਗਏ 1, 8 ਚੋਂ 6 ਗਏ 2, 50 ਚੋਂ 12 ਕੱਢ ਦੋ 38 MHO ਸੈਂਟੀਮੀਟਰ ਦਾ ਸਕੁਅਰ। ਫਾਈਨਲ ਆਨਸਰ ਲੱਗਾ ਪੂਰਾ ਪਤਾ, ਠੀਕ ਹੈ ਨਾ। ਕੱਲ ਵੀ ਕਰਾਂਗੇ ਇਹਦੇ ਨਾਲ ਰਿਲੇਟਡ, ਇੱਕ ਤੇ ਅੱਜ ਕਰ ਲਓ।